ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਔਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੁੱਲ 12 ਰਾਸਾਂ, 6 ਰੁੱਤਾਂ, 2 ਐਨਾਂ ਵਿੱਚ 10 ਪਾਤਸ਼ਾਹੀਆਂ ਦਾ ਜੀਵਨ ਬਰਤਾਂਤ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਵਰਣਨ ਕੀਤਾ ਹੈ। ਸੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਸੰਗ ਵਿੱਚ ਆਪ ਸਾਰਿਆਂ ਨੇ ਸਰਵਣ ਕੀਤਾ। ਭਾਈ ਬਿਧੀ ਚੰਦ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਆਗਿਆ ਲੈ ਕੇ ਦੂਜਾ ਘੋੜਾ ਲਿਆਉਣ ਵਾਸਤੇ ਵਿਦਾ ਹੋ ਕੇ ਲਾਹੌਰ ਨੂੰ ਗਏ ਹਨ। 3 ਦਿਨਾਂ ਵਿੱਚ ਲਾਹੌਰ ਪੁੱਜੇ। ਉੱਥੇ ਧਰਮਸਾਲ ਵਿੱਚ ਗਏ ਜਿੱਥੇ ਬਹੁਤ ਸਾਰੇ ਸਿੱਖ ਰਹਿੰਦੇ ਸਨ। ਸਾਰਿਆਂ ਨੂੰ ਪੈਰੀ ਪਾਉਣਾ ਕੀਤਾ। ਸਭ ਨੇ ਫਤਿਹ ਸਾਂਝ ਕੀਤੀ। ਉਪਰੰਤ ਸਾਰਿਆਂ ਨੇ ਇੱਕ ਦੂਜੇ ਦਾ ਸੁੱਖ ਸਾਂਦ ਪੁੱਛਿਆ। ਇੰਨੇ ਨੂੰ ਰਾਜ ਕਰਮਚਾਰੀ ਡੌਂਡੀ ਪਿੱਟਦਾ ਹੋਇਆ ਹੋਕਾ ਦਿੰਦਾ ਆਇਆ ਕਿ ਜਿਹੜਾ ਵੀ ਬਾਦਸ਼ਾਹ ਦਾ ਘੋੜਾ ਲੱਭ ਦੇਵੇਗਾ ਉਸ ਨੂੰ ਬਾਦਸ਼ਾਹ ਇਨਾਮ ਦੇਵੇਗਾ। ਇਹ ਉੱਚੀ ਆਵਾਜ਼ ਸੁਣ ਕੇ ਭਾਈ ਬਿਧੀ ਚੰਦ ਜੀ ਸਿੱਖਾਂ ਪਾਸੋਂ ਪੁੱਛਣ ਲੱਗੇ, ਭਾਈ ਇਹ ਕਾਹਦਾ ਹੋਕਾ ਦੇ ਰਹੇ ਹਨ? ਕਿਆ 7 ਦਿਨ ਹੋ ਗਏ ਬਾਦਸ਼ਾਹ ਦਾ ਘੋੜਾ ਚੋਰੀ ਹੋ ਗਿਆ। ਬੜੇ ਬੜੇ ਜੋਤਸ਼ੀ ਮੁਲਾਣੇ ਆਏ, ਉਹਨਾਂ ਤੋਂ ਵੀ ਕੋਈ ਪਤਾ ਨਾ ਲੱਗ ਸਕਿਆ। ਇਹ ਕੋਈ 4 ਦਿਨਾਂ ਤੋਂ ਇਹ ਹੋਕਾ ਦੇ ਰਹੇ ਹਨ। ਭਾਈ ਬਿਧੀ ਚੰਦ ਜੀ ਨੇ ਸੋਚਿਆ ਕਿ ਪਹਿਲਾਂ ਦੀ ਤਰ੍ਹਾਂ ਹੁਣ ਕਿਲੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਤਾਂ ਮੈਂ ਘਾਹੀ ਬਣ ਕੇ ਗਿਆ ਸੀ। ਸਾਰਿਆਂ ਦਾ ਦਿਲ ਜਿੱਤ ਕਰਕੇ ਉੱਥੇ ਕਾਫੀ ਸਮਾਂ ਰਿਹਾ ਅਤੇ ਹੁਣ ਹੋਰ ਕੋਈ ਵੇਖ ਬਣਾਉਣਾ ਪਵੇਗਾ। ਤਾਂ ਲਾਹੌਰ ਸ਼ਹਿਰ ਵਿੱਚ ਹੀ ਰਹਿਣ ਵਾਲੇ ਭਾਈ ਬਹੋੜਾ ਜੀ ਖੱਤਰੀ ਸਿੱਖ ਦੇ ਘਰ ਚਲੇ ਗਏ। ਉਹਨਾਂ ਨੇ ਪਤੀ ਪਤਨੀ ਨੇ ਮਿਲ ਕੇ ਬੜੀ ਸੇਵਾ ਕੀਤੀ। ਚਰਨ ਧੋ ਕੇ ਚਰਨਾਮ੍ਰਿਤ ਲਿਆ, ਸਿੰਘਾ ਔਰ ਪਲੰਗ 'ਤੇ ਬਿਠਾਇਆ। ਸੁੰਦਰ ਸਵਾਦਿਸ਼ਟ ਭੋਜਨ ਤਿਆਰ ਕਰਕੇ ਛਕਾਏ। ਫਿਰ ਪੁੱਛਿਆ, ਤੁਹਾਡੇ ਆਉਣ ਦਾ ਮਕਸਦ ਕੀ ਹੈ ਇੱਥੇ? ਤੁਸੀਂ ਗੁਰੂ ਦੇ ਪਿਆਰੇ ਵੱਡੇ ਤੁਸੀਂ ਮੁਸਾਹਿਬ ਹੋ, ਗੁਰੂ ਸਾਹਿਬ ਜੀ ਦੇ ਕਰਿੰਦੇ ਹੋ। ਸਾਰਾ ਕੰਮ ਕਾਰ ਗੁਰੂ ਸਾਹਿਬ ਜੀ ਦਾ ਤੁਸੀਂ ਕਰਦੇ ਹੋ। ਜੇ ਕੋਈ ਮੇਰੇ ਲਾਇਕ ਸੇਵਾ ਹੋਵੇ ਦੱਸੋ, ਸੰਕੋਚ ਨਾ ਕਰਿਓ। ਨਿਸੰਕੋਚ ਹੋ ਕੇ ਜੋ ਵੀ ਕੰਮ ਹੈ ਸਾਨੂੰ ਦੱਸੋ। ਤਾਂ ਭਾਈ ਬਿਧੀ ਚੰਦ ਜੀ ਨੇ ਕਿਹਾ ਕਿ ਸਾਨੂੰ ਇੱਕ ਹਿੰਦੁਸਤਾਨੀ ਪੁਸ਼ਾਕ ਤਿਆਰ ਕਰਾ ਦਿਓ। ਉਹ ਬਜਾਜ ਸੀ, ਬਜਾਜੀ ਦਾ ਕੰਮ ਕਰਦਾ ਸੀ ਭਾਈ ਬਹੋੜਾ। ਔਰ ਕਿਹਾ 3 ਤਰ੍ਹਾਂ ਦੇ, ਇੱਕ ਲੰਬਾ ਗਿੱਟਿਆਂ ਤੱਕ, ਉਸ ਤੋਂ ਉੱਚਾ, ਫਿਰ ਉਸ ਤੋਂ ਹੋਰ ਉੱਚਾ,
ਇਸ ਤਰ੍ਹਾਂ ਦਾ ਪਹਿਰਾਵਾ, ਅਜੀਬ ਪਹਿਰਾਵਾ, ਉਸ ਨੂੰ ਸਮਝਾਇਆ ਕਿ ਇਸ ਤਰ੍ਹਾਂ ਬਣਾਉਣਾ ਚੋਲਾ ਅਤੇ ਪਜਾਮਾ ਬਣਾਉਣਾ ਹੈ, ਫਿਰ ਗੁੱਫੇਦਾਰ ਨਾਲਾ ਵਿੱਚ ਪਾ ਕਰਕੇ ਅਤੇ ਨੋਕਦਾਰ ਜੁੱਤੀ, ਇਹ ਸਭ ਚੀਜ਼ਾਂ ਤਿਆਰ ਕਰਨ ਵਾਸਤੇ ਕਹਿ ਦਿੱਤਾ। ਰਾਤ ਨੂੰ ਹੀ ਸਵੇਰ ਹੁੰਦਿਆਂ ਸਾਰ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਕਿ ਮੈਂ ਪਿਛਲੇ ਪਹਿਰ ਦਿਨ ਦੇ ਆਵਾਂਗਾ, ਹੁਣ ਮੈਂ ਦਰਿਆ 'ਤੇ ਜਾਂਦਾ, ਰਾਵੀ ਦਰਿਆ ਵਿੱਚ ਜਾ ਕੇ ਇਸ਼ਨਾਨ ਕੀਤਾ, ਪਾਠ ਕੀਤਾ, 3 ਪਹਿਰ ਬਤੀਤ ਹੋ ਗਏ। ਸੰਧਿਆ ਦੇ ਸਮੇਂ ਭਾਈ ਬਹੋੜੇ ਦੇ ਘਰ ਭਾਈ ਬਿਧੀ ਚੰਦ ਜੀ ਆਏ। ਸੰਧਿਆ ਵੇਲੇ ਤੱਕ ਪੁਸ਼ਾਕ ਤਿਆਰ ਹੋ ਗਈ ਸੀ। ਉਹ ਸਾਰੀ ਪੁਸ਼ਾਕ ਲੈ ਕੇ ਹੁਣ ਧਰਮਸਾਲ ਵਿੱਚ ਜਾਂਦੇ ਹਨ। ਆਨ ਬਹੋਰੇ ਧਰੀ ਅਗਾਰੀ, ਪਿਗ ਪ੍ਰਸੰਨ ਹੋਏ ਖੁਸ਼ੀ ਉਚਾਰੀ। ਉਹ ਪੁਸ਼ਾਕ ਸਾਰੀ ਤਿਆਰ ਕਰਕੇ ਭਾਈ ਬਹੋੜੇ ਨੇ ਭਾਈ ਬਿਧੀ ਚੰਦ ਜੀ ਦੇ ਅੱਗੇ ਰੱਖੀ। ਭਾਈ ਬਿਧੀ ਚੰਦ ਜੀ ਬੜੇ ਪ੍ਰਸੰਨ ਹੋਏ ਕਿ ਸਿੱਖਣ ਕੀ ਸੇਵਾ ਸਿੱਖ ਕਰੇ, ਸਿੱਖਾਂ ਦੀ ਸੇਵਾ ਸਿੱਖ ਹੀ ਕਰਦੇ ਹਨ। ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ। ਜੋ ਵੀ ਗੁਰੂ का प्यारा सिख है, गुरु का रूप जान करके सिख की सेवा करे। सो इस तरह निज ते बद गुर लेखे धरे, अपने तो बद गुरु स्वरूप जान करके गुरु लेखे, गुरु नमित गुरसिख की सेवा करे। उस दे उपर गुरु साहब जी की प्रसन्नता हुंदी है। हुण पोशाक लैके तो चले गए। हुण कह रहे हैं कि संगली भी चाहिए है लोहे की। ਇਹ ਕਹਿ ਕੇ ਧਰਮਸਾਲ ਵਿੱਚ ਚਲੇ ਗਏ। ਅਗਲੀ ਸਵੇਰ ਕੀ ਵਾਰਤਾ ਹੁੰਦੀ ਹੈ, ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿ ਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ सुंदर एक गुच्छा संगरीन। सो साध संगत जी कवियां दे सिरमौर चूड़ामन कवि भाई साहब भाई संतोख सिंह जी अगली कथा वर्णन कर रहे हैं। पोशाक तो तैयार हो गई। भाई बिधि चंद जी ने भाई बहोड़े सिख नूं कहा कि लोहे की संगली का एक गुच्छा भी तैयार करवा दिओ। देह करवाए लोहार प्रवीण। किसी सियाणे लोहार पासों संगली का गुच्छा तैयार करवा दिओ। रात भय मुझे पास पठावो। तैयार करके प्रातः काल मेरे कोल धर्मसाल विच भेजना करो। अपर भेव न किसो सुनावो। और साडा भेद किसे नूं नहीं सुनाउणा। एम कह पोस सलीन विसाला। इउं कह के भाई बिधि चंद जी ने वो विशेष तैयार की हुई पोशाक लई। तिमर भय आयो धर्मशाला। हाँ, जिस वेले हनेरा हो गया भाई बिधि चंद जी धर्मसाल विच आ गए जिथे बहुत सारे सिख रहिंदे हन। पत होए कर निशा बिताई। खान पान करके सौ करके रात बिताई। सोच स्नान कीन सहसाई। अमृत वेले उठ के सौच क्रिया सोध के स्नान पान किया। आने अपना भेस बनायो। भाई बिधि चंद जी ने स्नान करन उपरंत पोशाक पाई, अपना नवा निराला भेख बनाया। चारु चिकर चौपर चमकायो। और दाड़े नूं चोपड़ के केसां नूं चोपड़ के और चंगी तरह चमकाया। साफ समस के कर विच चीरे। और दाड़े नूं विचों चीर करके चंगी तरह साफ करके सुधारिया। दिस दोनों करणंतु चेरे। दाड़े नूं विचों चीर के दोहां पासियां तो चौक करके कन्ना तक ले गए दाड़े नूं। चिबुक सथल को काट दिखावा। ते ठोडी चिबुक नाम ठोडी है,
ਵਿੱਚੋਂ ਠੋਡੀ ਦੇ ਵਿੱਚੋਂ ਦੋਹਾਂ ਪਾਸਿਆਂ ਤੋਂ ਦਾੜੇ ਦੇ ਕੇਸਾਂ ਨੂੰ ਕੰਨਾਂ ਤੱਕ ਲਿਜਾ ਕਰਕੇ ਉੱਪਰ ਚੰਗੀ ਤਰ੍ਹਾਂ ਸੁਧਾਰਿਆ ਤਾਂ ਕਿ ਠੋਡੀ ਦਿਸਦੀ ਰਹੇ। ਜੁਗ ਮੋਛਨ ਕਰ ਊਚ ਮਿਲਾਵਾ, ਤੇ ਆਪਣੀਆਂ ਦੋਹਾਂ ਮੁੱਛਾਂ ਨੂੰ ਦਾੜੇ ਦੇ ਵਾਲਾਂ ਨਾਲ ਉੱਪਰ ਕੰਨਾਂ ਤੱਕ ਮਿਲਾਉਣਾ ਕੀਤਾ। ਪੂਰਬ ਪਹਿਰ ਪਿਰਾਹਨ ਨੀਵਾ, ਪਹਿਲਾਂ 3 ਪਿਰਾਹਣ ਵਾਲਾ ਚੋਗਾ ਪਾਇਆ। ਬਹੁਰ ਦੂਸਰੋ ਪਹਿਰ ਉੱਚੀਵਾ, ਪਹਿਲਾਂ ਇੱਕ ਲੰਬਾ ਚੋਗਾ ਪਾਇਆ, ਉਹਦੇ ਉੱਪਰ ਉਹ ਤੋਂ ਛੋਟਾ ਪਾਇਆ। ਅਲਪ ਸਬਨ ਕੇ ਉਪਰ ਪਾਏ, ਸਭ ਤੋਂ ਛੋਟਾ ਜਿਹੜਾ ਹੈ ਸਭ ਤੋਂ ਬਾਅਦ ਚ ਤੀਜੇ ਨੰਬਰ ਤੇ ਪਾਉਣਾ ਕੀਤਾ। ਉਤਰੋਤਰ ਤਬ ਤੀਨ ਬਨਾਏ, ਜੋ 3 ਪਹਿਰਾਣ ਵਾਲਾ ਜੋ ਚੋਗਾ ਸੀ ਉਹ ਪਾਉਣਾ ਕੀਤਾ। ਚੌਰੀ ਤਰ੍ਹਾਂ ਬੰਦ ਦਸਤਾਰ, ਔਰ ਚੌੜੀ ਤਰ੍ਹਾਂ ਕਰਕੇ ਔਰ ਚੌੜੀ ਦਸਤਾਰ ਸਜਾਈ ਭਾਈ ਬਿਧੀ ਚੰਦ ਜੀ ਨੇ। ਪਰ ਸਮਾਨ ਸੁਕੀਨ ਆਕਾਰ, ਔਰ ਚੌੜੀ ਦਸਤਾਰ ਬੰਨੀ ਸਿਪਰ ਢਾਲ ਦੇ ਸਮਾਨ ਚੌੜੀ ਕਰਕੇ ਦਸਤਾਰ ਸਜਾਈ। ਪਾਇਨ ਪਰਮ ਪਜਾਮੀ ਪਾਇਓ, ਤੇ ਵੱਡਾ ਪਜਾਮਾ ਪਾਉਣਾ ਕੀਤਾ। ਬੰਧ ਇਜਾਰ ਬੰਦ ਦਿਖਰਾਇਓ, ਤੇ ਇਜਾਰ ਬੰਦ ਨਾਲਾ ਇਉਂ ਬੰਨਿਆ, ਨਾਲਾ ਲੰਮਾ ਰਖਵਾਇਆ ਸੀ। ਇਜਾਰ ਬੰਦ ਨਾਲੇ ਨੂੰ ਆਖਦੇ ਹਨ। ਨਾਲਾ ਇੰਨਾ ਲੰਮਾ ਲਮਕਦਾ ਸੀ ਜੋ ਲੋਕਾਂ ਨੂੰ ਨਜ਼ਰ ਆਵੇ। ਜੋਰਾ ਨੋਕਦਾਰ ਪਗ ਪਹਿਰਾ, ਪੈਰਾਂ ਵਿੱਚ ਨੋਕਦਾਰ ਜੋੜਾ ਪਾਇਆ। ਹਿੰਦੁਸਤਾਨੀ ਬਨ ਕੇ ਗਹਿਰਾ, ਔਰ ਬਹੁਤ ਹੀ ਨਿਰਾਲਾ ਵੇਖ ਧਾਰਿਆ, ਹਿੰਦੁਸਤਾਨੀ ਵੇਖ ਧਾਰ ਕੇ। ਬੈਠਿਓ ਹੋ ਤੋ ਸੰਗਰੀ ਆਈ, ਪੁਸ਼ਾਕ ਪਾ ਕਰ ਭਾਈ ਬਿਧੀ ਚੰਦ ਜੀ ਅਜੇ ਬੈਠੇ ਹੀ ਸਨ ਕਿ ਸੰਗਲੀ ਤਿਆਰ ਹੋ ਕੇ ਆ ਗਈ। ਲੈ ਕਰ ਬਿਖੇ ਅਗਰ ਲਟਕਾਈ, ਉਹ ਸੰਗਲੀ ਦਾ ਗੁੱਛਾ ਆਪਣੇ ਹੱਥਾਂ ਵਿੱਚ ਲੈ ਕੇ ਲਟਕਾ ਲਿਆ। ਸਨੈ ਸਨੈ ਪਗ ਤਰਹਿ ਅਗਾਰੀ, ਹੌਲੀ ਹੌਲੀ ਆਪਣੇ ਪੈਰ ਅੱਗੇ ਰੱਖਦੇ ਹਨ। ਗਰੀ ਬਾਜ਼ਾਰ ਨਿਕੇਰ ਮਜਾਰੀ, ਗਲੀਆਂ ਬਾਜ਼ਾਰਾਂ ਵਿੱਚ ਦੀ ਲੰਘਦੇ ਜਾਂਦੇ ਹਨ ਹੌਲੀ ਹੌਲੀ ਚੱਲਦੇ ਹੋਏ। ਦ੍ਰਿਸ਼ਟ ਅਚੰਚਲ ਧੀਰਜ ਤਾਰੀ, ਅਚੰਚਲ ਹੋ ਕਰਕੇ ਬੜੇ ਸਥਿਰ ਹੋ ਕਰਕੇ ਧੀਰਜ ਧਾਰ ਕੇ ਜਾ ਰਹੇ ਹਨ। ਸੂਛਮ ਛਰੀ ਖਰੀ ਦੁਤਵਾਰੀ, ਤੇ ਇੱਕ ਬੜੀ ਸੋਭਾ ਵਾਲੀ ਸੋਟੀ ਵੀ ਹੱਥ ਵਿੱਚ ਫੜੀ ਹੋਈ ਹੈ। ਨਰਨ ਅਜਾਇਬ ਬੇਸ ਨਿਹਾਰਾ, ਔਰ ਨਗਰ ਵਾਸੀਆਂ ਨੇ ਅਜਾਇਬ ਵੇਖ ਦੇਖਣਾ ਕੀਤਾ। ਹੋਰ ਨਹਿਤ ਆਏ ਚੱਲ ਲਾਰਾ, ਵੇਖਣ ਵਾਸਤੇ ਲੋਕਾਂ ਦਾ ਲਾਰਾ, ਕਤਾਰ ਦੀ ਕਤਾਰ ਟੋਲੀ ਬਣ ਕੇ ਸਾਰੇ ਦੇਖਣ ਵਾਸਤੇ ਆ ਰਹੇ ਹਨ ਕਿ ਕੌਣ ਐਸਾ ਹੈ ਜਿਸ ਦਾ ਵੇਖ ਨਿਰਾਲਾ ਹੈ, ਕਿੱਥੋਂ ਆਇਆ, ਕਿਹੜੇ ਦੇਸ਼ ਤੋਂ ਆਇਆ ਹੈ, ਇਹਦਾ ਨਾਮ ਗ੍ਰਾਮ ਪੁੱਛਣਾ ਕਰੀਏ। ਕੌਣ ਦੇਸ ਤੇ ਇਹੋ ਚੱਲਿਆ ਆਇਓ, ਇਹ ਨਵਾਂ ਬੰਦਾ ਕਿਹੜੇ ਦੇਸ਼ ਤੋਂ ਚੱਲ ਕੇ ਆਇਆ ਹੈ। ਆਗੇ ਪੁਰ ਮੈਂ ਨਹਿ ਦਰਸਾਇਓ, ਅੱਗੇ ਇੱਥੇ ਲਾਹੌਰ ਸ਼ਹਿਰ ਵਿੱਚ ਕਦੇ ਦਿਸਿਆ ਨਹੀਂ। ਕੇ ਚਿਤ ਬੂਜਤ ਹੈ ਹੋਏ ਪਾਸ, ਕਈ ਲੋਕ ਤਾਂ ਭਾਈ ਬਿਧੀ ਚੰਦ ਜੀ ਦੇ ਕੋਲ ਨੇੜੇ ਹੋ ਕਰਕੇ ਪੁੱਛਦੇ ਹਨ, ਕੌਣ ਨਾਮ ਅਰ ਕਹਾਂ ਨਿਵਾਸ, ਤੁਹਾਡਾ ਨਾਮ ਕੀ ਹੈ, ਤੁਹਾਡਾ ਨਿਵਾਸ ਸਥਾਨ ਕਿੱਥੇ ਹੈ। ਕੇ ਚਿਤ ਬੂਜਤ ਹੋਏ ਹੈ ਸਾਹਿਬ ਲੋਕ ਦੂਰ ਹਮ ਦੇਸ, ਭਾਈ ਬਿਧੀ ਚੰਦ ਜੀ ਕਹਿੰਦੇ ਨੇ, ਇਹ ਸਾਹਿਬ ਲੋਕੋ ਸਾਡਾ ਦੇਸ਼ ਦੂਰ ਹੈ। ਗੁਨੀ ਮਹਾ ਗੁਣ ਤਰਹ ਵਿਸ਼ੇਸ਼, ਅਸੀਂ ਮਹਾਗੁਣੀ ਹਾਂ, ਬਹੁਤ ਗੁਣ ਧਾਰਨ ਵਾਲੇ ਹਾਂ। ਧੀਰਜ ਸਹਿਤ ਕਹਿਤ ਯਮ ਜਾਏ, ਭਾਈ ਬਿਧੀ ਚੰਦ ਜੀ ਸਾਰੇ ਨਗਰ ਨਿਵਾਸੀਆਂ ਦੇ ਤਾਈਂ ਬੜੇ ਧੀਰਜ ਦੇ ਨਾਲ ਘਬਰਾਏ ਨਹੀਂ ਹਨ। ਇਹ ਮਨ ਵਿੱਚ ਨਹੀਂ ਧਾਰਿਆ ਕਿ ਲੋਕ ਮੈਨੂੰ ਪਛਾਣ ਲੈਣਗੇ। ਪਹਿਲਾਂ ਮੈਂ ਘਾਹੀ ਬਣ ਕੇ ਕਾਫੀ ਸਮਾਂ ਰਹਿੰਦਾ ਰਿਹਾ ਕਿਲੇ ਵਿੱਚ, ਬਹੁਤ ਧੀਰਜ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਕਿਸੇ ਨੇ ਨਹੀਂ ਪਛਾਣਿਆ ਕਿ ਇਹ ਤਾਂ ਪਹਿਲਾਂ ਰਹਿੰਦਾ ਰਿਹਾ ਸਾਡੇ ਨਾਲ, ਘੋੜੇ ਦੀ ਸੇਵਾ ਕਰਦਾ ਰਿਹਾ। ਬੜੇ ਧੀਰਜ ਦੇ ਸਹਿਤ ਲੋਕਾਂ ਨੂੰ ਉੱਤਰ ਦਿੰਦੇ ਜਾਂਦੇ ਹਨ। ਜਹਾਂ ਦੁਰਗ ਕੋ ਪੌਰ ਸੁਹਾਏ, ਜਿੱਥੇ ਕਿਲੇ ਦਾ ਦਰਵਾਜ਼ਾ ਸੋਭਨੀਕ ਹੋ ਰਿਹਾ ਸੀ, ਹੇਰਨ ਹੇਤ ਅਨਕ ਨਰ ਸੰਗ
ਵੇਖਣ ਵਾਸਤੇ ਭਾਈ ਬਿਧੀ ਚੰਦ ਜੀ ਦੇ ਨਾਲ ਬਹੁਤ ਸਾਰੇ ਲੋਕ ਨਾਲ ਚੱਲ ਰਹੇ ਹਨ। ਚਲਿਓ ਜਾਤ ਕਰ ਗਰੀਬ ਉਤੰਗ, ਔਰ ਗਰਦਨ ਉੱਚੀ ਕਰਕੇ ਭਾਈ ਬਿਧੀ ਚੰਦ ਜੀ ਤੁਰੇ ਜਾਂਦੇ ਹਨ। ਦੂਰਗ ਪੌਰ ਦੋਹਰਾ, ਦੁਰਗ ਪੌਰ ਕੇ ਨਿਕਟ ਇੱਕ ਕੰਧ ਉਚੇਰੀ ਥੋਰ। ਕਿਲੇ ਦੇ ਦਰਵਾਜ਼ੇ ਦੇ ਨੇੜੇ ਇੱਕ ਥੋੜੀ ਉੱਚੀ ਕੰਧ ਸੀ। ਤਿਸ ਪਰ ਚੜ ਬੈਠਿਓ ਸੁਪਤ ਦਾਵ ਕਰ ਕੋਰ। ਉਸ ਦੇ ਉੱਪਰ ਭਾਈ ਬਿਧੀ ਚੰਦ ਜੀ ਚੜ ਕੇ ਬੈਠ ਗਏ। ਕਿਲੇ ਦੇ ਨੇੜੇ ਇੱਕ ਉੱਚੀ ਥੋੜੀ ਜੀ ਕੰਧ ਸੀ, ਉਹਦੇ ਉੱਪਰ ਸ੍ਰੇਸ਼ਟ ਬੁੱਧੀਵਾਨ ਕੰਧ ਦੇ ਉੱਪਰ ਬੈਠ ਕਰਕੇ ਦਾਵ ਘਾਵ ਵਿਚਾਰਨ ਲੱਗੇ, ਮੌਕਾ ਦੇਖਣ ਲੱਗੇ। ਚੌਪਈ ਭਲੇ ਭਲੇ ਕੇ ਤਕ ਨਰਿਆਏ, ਕਿਤਨੇ ਹੀ ਭਲੇ ਭਲੇ ਪੁਰਸ਼ ਆਏ। ਤਿਨ ਬੁਝਿਓ ਸਭ ਕਹਿਤ ਸੁਨਾਏ। ਉਹਨਾਂ ਨੇ ਜੋ ਜੋ ਵੀ ਪੁੱਛਿਆ ਭਾਈ ਬਿਧੀ ਚੰਦ ਜੀ ਸਾਰਿਆਂ ਨੂੰ ਜਵਾਬ ਦਿੰਦੇ ਰਹੇ। ਖੋਜੀ ਗਣਕ ਗਿਣੀ ਵੱਡ ਮੈਂ ਹੋ। ਭਾਈ ਬਿਧੀ ਚੰਦ ਜੀ ਨੇ ਕਿਹਾ, ਮੈਂ ਖੋਜੀ ਗਣਕ ਜੋਤਸੀ ਹਾਂ, ਵੱਡਾ ਜੋਤਸੀ ਤੇ ਗੁਣੀ ਹਾਂ। ਗਈ ਵਸਤੂ ਕੋ ਸੋਧ ਬਤੈ ਹੋ। ਗਈ ਹੋਈ ਵਸਤੂ ਨੂੰ ਮੈਂ ਸੋਧ ਕੇ, ਜੋਤਿਸ਼ ਸ਼ਾਸਤਰ ਸੋਧ ਕੇ ਵਿਚਾਰ ਕਰਕੇ ਮੈਂ ਦੱਸ ਦਿੰਦਾ ਹਾਂ। ਇਹ ਚਿਤ ਪਾਖਤ ਗਇਓ ਹਮਾਰੋ। ਕਈ ਲੋਕ ਤਾਂ ਪੁੱਛਣ ਲੱਗੇ ਸਾਡੀ ਵਸਤੂ ਚੋਰੀ ਗਈ ਹੈ। ਦੇਹੋ ਬਤਾਏ ਜੇ ਗਣਕ ਉੱਚੇ ਉਚਾਰੋ। ਤੁਸੀਂ ਗਣਕ ਜੋਤਿਸ਼ ਵਿਦਿਆ ਲਗਾ ਕਰਕੇ ਸਾਡੀ ਵਸਤੂ ਜੋ ਚੋਰੀ ਹੋ ਗਈ ਉਹਦਾ ਪਤਾ ਦੱਸੋ। ਸੁਨ ਕਰ ਸੰਗਰੀ ਹੱਥ ਲਗਾਵੇ। ਭਾਈ ਬਿਧੀ ਚੰਦ ਜੀ ਸੁਣ ਕਰਕੇ ਸੰਗਲੀ ਨੂੰ ਹੱਥ ਲਾਉਂਦੇ ਹਨ। ਸੁੰਗਤ ਤਿਸ ਕੋ ਬਹੁਰ ਬਤਾਵੇ। ਫਿਰ ਉਹ ਸੰਗਲੀ ਨੂੰ ਸੁੰਘਦੇ ਹਨ, ਫਿਰ ਲੋਕਾਂ ਨੂੰ ਉੱਤਰ ਦਿੰਦੇ ਹਨ। ਵੱਡੋ ਉਪਾਏ ਕਰੇ ਤਨ ਪਾਇਓ। ਜਿਸ ਨੇ ਪੁੱਛਿਆ ਮੇਰਾ ਧਨ ਚੋਰੀ ਹੋ ਗਿਆ, ਸੰਗਲੀ ਨੂੰ ਸੁੰਘ ਕਰਕੇ ਵਿਚਾਰ ਕਰਕੇ ਉਸ ਨੂੰ ਉੱਤਰ ਦਿੱਤਾ ਕਿ ਬੜੇ ਯਤਨਾਂ ਦੇ ਨਾਲ ਤੂੰ ਧਨ ਪਾਇਆ ਸੀ। ਬਿਖਮ ਸਥਾਨ ਗਇਓ ਕਿਤ ਤਾਇਓ। ਕਿਸੇ ਬਿਖਮ ਸਥਾਨ ਕਠਨ ਸਥਾਨ ਤੇ ਚੋਰ ਲੈ ਕੇ ਦੌੜ ਗਿਆ ਹੈ। ਕਹਿ ਕੋ ਕੁਛ ਕਹੈ। ਕਿਸੇ ਨੂੰ ਕੁਝ ਕਿਸੇ ਨੂੰ ਕੁਝ ਭਾਈ ਬਿਧੀ ਚੰਦ ਜੀ ਕਹਿੰਦੇ ਹਨ। ਸੁਨ ਲੋਕ ਅਚੰਭੋ ਲਹੈ। ਸੁਣ ਕਰਕੇ ਲੋਕ ਬੜੇ ਅਚੰਭਿਤ ਹੁੰਦੇ ਹਨ। ਹੇਰ ਨਿਵੇਸ਼ ਕਹਿਤ ਬਹੁ ਮਿਲੇ। ਔਰ ਕਈ ਤਾਂ ਵੇਸ ਦੇਖਣ ਵਾਸਤੇ, ਨਿਰਾਲਾ ਵੇਖ ਦੇਖਣ ਵਾਸਤੇ ਆਉਂਦੇ ਹਨ, ਪੁੱਛਦੇ ਹਨ। ਖਰੇ ਕਿ ਤਕ ਬਾਤਨ ਰਸ ਢਲੇ। ਕਈ ਤਾਂ ਖਲੋ ਕਰਕੇ ਗੱਲਾਂ ਬਾਤਾਂ ਸੁਣਦੇ ਹਨ। ਬੈਠ ਦਿਖਾਵਤ ਆਪਾ ਉੱਚੇ। ਭਾਈ ਬਿਧੀ ਚੰਦ ਜੀ ਬੈਠ ਕਰਕੇ ਉੱਚੀ ਕੰਧ ਤੇ ਬੈਠ ਕੇ ਆਪਣਾ ਆਪ ਜਣਾਉਂਦੇ ਹਨ ਲੋਕਾਂ ਨੂੰ। ਲਗੈ ਬਿਲੋਕਨ ਤਜ ਜੋ ਪਹੁੰਚੇ। ਜਿੱਥੇ ਜੋ ਪਹੁੰਚੇ ਸਨ ਉੱਥੇ ਲੋਕ ਉਹ ਸਾਰੇ ਬੜੇ ਗੌਰ ਦੇ ਨਾਲ ਦੇਖਣ ਲੱਗੇ। ਚਾਰ ਮੁਕਰ ਇੱਕ ਤਰਿਓ ਅਗਾਰੇ। ਇੱਕ ਚਾਰ ਸੁੰਦਰ ਮੁਕਰ ਨਾਮ ਸੀਸਾ ਅੱਗੇ ਧਰ ਲਿਆ ਭਾਈ ਬਿਧੀ ਚੰਦ ਜੀ ਨੇ। ਬਾਰ ਮੁਖ ਚਾਰ ਨਿਹਾਰੇ। ਬਾਰੰਬਾਰ ਆਪਣੇ ਮੁਖੜੇ ਨੂੰ ਦੇਖਦੇ ਹਨ, ਦਾੜਾ ਸੁਧਾਰਦੇ ਹਨ, ਮੁੱਛਾਂ ਤੇ ਹੱਥ ਫੇਰਦੇ ਹਨ ਸੀਸੇ ਨੂੰ ਦੇਖ ਕੇ। ਸਮਸ ਸੁਧਾਰੇ ਉੱਚ ਚੜਾਏ। ਔਰ ਦਾੜੇ ਨੂੰ ਸੁਧਾਰ ਕਰਕੇ ਉੱਚੀ ਕੰਨ ਤੱਕ ਚੜਾਉਂਦੇ ਹਨ। ਪਕਰੇ ਸੰਗਰੀ ਹੱਥ ਕਦਾਏ। ਕਦੇ ਲੋਹੇ ਦੀ ਸੰਗਲੀ ਹੱਥ ਵਿੱਚ ਫੜ ਲੈਂਦੇ ਹਨ। 10 ਦਰੋਗੇ ਕੋ ਇੱਕ ਆਇਓ। ਦਰੋਗਾ ਸੋਨੇ ਖਾਂ ਦਾ ਇੱਕ ਸੇਵਕ, ਖਾਸ ਸੇਵਕ ਆਇਆ ਚੱਲ ਕੇ। ਪੀਰ ਹੇਰ ਲਖਬੇ ਬਿਰਮਾਇਓ। ਔਰ ਨਿਰਾਲਾ ਵੇਖ ਦੇਖ ਕੇ ਭਾਈ ਬਿਧੀ ਚੰਦ ਜੀ ਦਾ ਭਰਮ ਗਿਆ। ਗਇਓ ਨਿਕਟ ਬੁਝਿਓ ਇੱਕ ਕੌਣ। ਔਰ ਜਾ ਕਰਕੇ ਨੇੜੇ ਜਾ ਕਰਕੇ ਪੁੱਛਿਆ ਇਹ ਕੌਣ ਹੈ। ਲੋਕਾਂ ਤੋਂ ਪੁੱਛਿਆ ਨੇੜੇ ਹੋ ਕੇ ਇਹ ਉੱਚੀ ਕੰਧ ਤੇ ਬੈਠਾ ਕੌਣ ਹੈ। ਬੇਸ ਅਜਾਇਬ ਕਿਸ ਪੁਰ ਭੌਨ। ਇਹਦਾ ਅਜਾਇਬ ਬੇਸ ਹੈ, ਕਿਸ ਨਗਰ ਦਾ ਵਾਸੀ ਹੈ। ਸੁਣ ਕੇ ਬੋਲਤ ਪਾਤਿ ਸਵੇਰਾ। ਔਰ ਸੁਣ ਕੇ ਜੇ ਉਸ ਸਮੇਂ ਇਉਂ ਬੋਲੇ ਖੋਜੀ ਗਣਕ ਨਾਮ ਹੈ ਮੇਰਾ। ਭਾਈ ਬਿਧੀ ਚੰਦ ਜੀ ਕਹਿਣ ਲੱਗੇ ਖੋਜੀ ਗਣਕ ਜੋਤਸੀ ਨਾਮ ਮੇਰਾ ਹੈ। ਖੋਜੀ
और गणक नाम है मेरा। दूर देश जंगल हम रहें, दूर देश जंगल विच असी रहंदे हां। गुणे अपनो दिखरायो चाहें, और असी अपना गुण दिखाउणा चाहुंदे हां। गुण दिखाउण वास्ते, अपनी कला दिखाउण वास्ते मैं इधर आया हां। सुन कर दास अचंभो पयो, सुन करके बादशाह दे सारे सेवक जिहड़े हन बड़े हैरान होए कि दूर देश जंगल देश तो आया है, ये अपना गुण प्रगट करके दिखाना चाहता है। बोलन बेस बेस बपनयो, बोलन दा ढंग ते निराला बखरा बेख देख के लोग हैरान हो रहे हन। एठा हजरत को एक के कोरा, और कहा दरोगे दे दास ने इत्थे एक बादशाह शाहजहां दा घोड़ा सी जो तंबेले विच बन्निया रहंदा सी। ले तस्कर गमनियो कितोरा, दो घोड़े सन, एक घोड़ा कोई चोर लेकर के किसी पासे चला गया है। रीत के गुणी बुलाए, हर तरह दे गुणी आलम फाजल ज्योतिषी सदे, मौलाने पीर फकीर सदे, किसों ते न गयो बताए, किसे पासों दस्या ना गया, किसे ने चोर दा पता नहीं दस्या। जो होए तुरंग बतावन हार, जेड़ा घोड़ा चोरी होने बारे दसेगा, जेड़ा दसन वाला होवेगा, तिसको चाहत साहू उदार, शाहजहां बादशाह उसको जगह भी मैं दस देंगा। सुनत दरोगा हरखत गयो, दास पासों सुन करके दरोगा सुनदे खां प्रसन्न चित होकर के बादशाह दे कोल गया। हजरत निकट बतावत पयो, हजरत शाहजहां दे कोल सारी वार्ता दसी उसने। टोरन खोजी को तुम कहियो, उसाने खोजी भालन वास्ते कहा सी, हुक्म कीता सी। एक अचानक ही अब लहेयो, एक अचानक ही ऐसा सियाणा आलम फाजल खोजी आया है। पाखत जहां खरो होए कोरा, कहंदा जिथे घोड़ा इस वेले खड़ा है मैं दस देंगा। करूं बतावन सो अब ठौरा, वो स्थान मैं हुणे दस दिंदा हां जिथे घोड़ा इस वेले खड़ा है। हरख सहो कै तिसे बुलावो, प्रसन्न होके शाहजहां बादशाह कहन लग्या उस खोजी नूं, उस ज्योतिषी नूं मेरे पास सद के लियावो। जाहो आप तो अब ही लियावो, सौदे खां दरोगे नूं कहा तुसी आप जाओ और उस खोजी नूं लेके मेरे पास आओ। ले संग दास दरोगा गयो, दरोगा सौदे खां अपना सेवक लेके उत्थे गया। हीर समेत बिलोकत भयो, और भीड़ दे सहित देखदा पाया। देश दूर को हिंदुस्तानी, दूर देश तो आया कोई हिंदुस्तानी है। निकट होए कर खान बखानी, नेड़े होकर के सौदे खां ने यूं कहा चल खोजी तुझ साहू बुलावे, ऐ खोजी तू मेरे नाल चल बादशाह शाहजहां तैनू सददा है। खोज तो रंगम को निकसावे, और घोड़े दा खुरा खोज दस, घोड़ा किथे चोरी गया है किथे है वो सारी गल दस बादशाह नू। गुर को सिमर हरख होए खरेओ, भाई विधि चंद जी ने सतगुरु हरगोबिंद साहब महाराज जी दे चरनां दा ध्यान किया, बहुत प्रसन्न होके खड़े हन। संग दरोगे अंतर बरेओ, तैयार हो गए बादशाह की कचहरी भी जान वास्ते दरोगे दे नाल कचहरी अंदर प्रवेश होए। गयो कचहरी में होए ठांडो, भाई विधि चंद जी बादशाह की कचहरी भी जाके खलो गए। असली मात करी मन गाढ़े, उथे जा करके तस्लीमात की, फरसी सलाम की। और माया सबकी मत मारी, सतगुरां दी माया ने सारियां दी बुद्धि मार दी, मत मार दी सारियां दी, कोई पछाण ना सकिया। तब कोई न कर सके चिनारी, जदों कचहरी विच भाई विधि चंद जी गए तदों कोई पछाण ना सकिया। जिन्ना सेवकां दे नाल भाई विधि चंद काफ़ी समा रहे, घाह लिया करके घोड़े नूं खवाउंदे रहे, घोड़े दी मालिश करते रहे, सारियां नाल गल्लां बातां करते रहे, पर गुरु दी माया ने सारियां दी मत मार दी।
ਕੋਈ ਪਛਾਣ ਨਾ ਸਕਿਆ। ਸਭ ਮੈਂ ਬਹੁ ਦਿਨ ਰਹਿ ਕਰ ਆਛੇ। ਭਾਈ ਬਿਧੀ ਚੰਦ ਜੀ ਚੰਗੀ ਤਰ੍ਹਾਂ ਕਾਫੀ ਸਮੇਂ ਤੱਕ ਸਾਰਿਆਂ ਦੇ ਵਿੱਚ ਰਹਿ ਕੇ ਆਏ ਸਨ। ਬੋਲਿਓ ਮਿਲਿਓ ਲਿਓ ਹੈ ਗਾਛੇ। ਬੋਲਦੇ ਰਹੇ, ਮਿਲਦੇ ਰਹੇ, ਮਿਲ ਕੇ ਬੋਲਦੇ ਰਹੇ। ਫਿਰ ਹੈ ਘੋੜੇ ਨੂੰ ਲੈ ਕੇ ਗਾਛੇ ਚਲੇ ਗਏ। ਤਉ ਨ ਜਾਣ ਸਕੈ ਮਤ ਮੰਦੇ। ਔਰ ਬੁੱਧੀ ਦੇ, ਮਾੜੀ ਬੁੱਧੀ ਦੇ ਲੋਕ ਸੇਵਕ ਜਿਹੜੇ ਹਨ ਕਿਲੇ ਦੇ, ਫਿਰ ਵੀ ਜਾਣ ਨਹੀਂ ਸਕੇ। ਖਰੇ ਸਬਨ ਮੈਂ ਧੀਰ ਬਿਲੰਦ। ਧੀਰਜਵਾਨ ਭਾਈ ਬਿਧੀ ਚੰਦ ਜੀ ਸਾਰਿਆਂ ਦੇ ਵਿੱਚ ਮੁਸਤੈਦ ਹੋ ਕੇ ਖਲੋਤੇ ਹਨ। ਬੁਝਿਓ ਸਾਹੋ ਕਹਾਂ ਤੂੰ ਰਹਿ। ਬਾਦਸ਼ਾਹ ਸ਼ਾਹਜਹਾਂ ਨੇ ਭਾਈ ਬਿਧੀ ਚੰਦ ਨੂੰ ਪੁੱਛਿਆ ਕਿ ਐ ਖੋਜੀ ਤੂੰ ਕਿੱਥੇ ਰਹਿੰਦਾ ਹੈ? ਕੌਣ ਦੇਸ ਤੇਰੋ ਕਹੋ ਲਹੈ। ਤੇਰਾ ਦੇਸ਼ ਕਿਹੜਾ ਹੈ, ਅਸੀਂ ਜਾਣਨਾ ਚਾਹੁੰਦੇ ਹਾਂ। ਕੋ ਗੁਣ ਤੇ ਮੈਂ ਕਿਮ ਚਲਿਆਇਓ। ਕਿਹੜੇ ਗੁਣਾ ਕਰਕੇ ਤੂੰ ਸਾਡੇ ਕੋਲ ਇੱਥੇ ਲਾਹੌਰ ਚੱਲ ਕੇ ਆਇਆ ਹੈ? ਕੌਣ ਨਾਮ ਆਪਣੋ ਕਹਿਵਾਇਓ। ਤੂੰ ਆਪਣਾ ਨਾਮ ਕਿਹੜਾ ਕਹਾਉਂਦਾ ਹੈ? ਸੁਨ ਕਰ ਕਯੋ ਸਧੀਰਜ ਬੈਨ। ਇਹ ਸੁਣ ਕੇ ਧੀਰਜ ਦੇ ਸਹਿਤ ਭਾਈ ਬਿਧੀ ਚੰਦ ਜੀ ਨੇ ਕਿਹਾ, ਜੰਗਲ ਦੇਸ ਹਮਾਰੇ ਐਨ। ਜੰਗਲ ਦੇਸ਼ ਵਿੱਚ ਸਾਡਾ ਘਰ ਹੈ। ਖੋਜੀ ਗਣਕ ਨਾਮ ਨਰ ਕਹਿਓ। ਖੋਜੀ ਗਣਕ ਨਾਮ ਲੋਕੀ ਕਹਿੰਦੇ ਹਨ ਮੇਰਾ। ਆਪਣੇ ਗੁਣ ਵਿਸਾਲ ਤੇ ਲਹਿਓ। ਮੈਂ ਵਿਸ਼ੇਸ਼ ਗੁਣ ਦਾ ਧਾਰਨੀ ਹਾਂ। ਮੈਂ ਵਿਸ਼ੇਸ਼ ਗੁਣ ਜਾਣਦਾ ਹਾਂ ਔਰ ਐਸੀ ਗੱਲ ਜਾਣਦਾ ਕਿ ਲੋਕ ਸੁਣ ਕੇ ਹੈਰਾਨ ਹੁੰਦੇ ਹਨ। ਸਪੁਨ ਵਿਚਾਰੋ ਖੋਜ ਬਤਾਵੋ। ਪਹਿਲਾਂ ਮੈਂ ਸਗੁਨ ਅਪਸਗੁਨ ਵਿਚਾਰਦਾ ਹਾਂ, ਫਿਰ ਖੋਜ ਕੇ ਦੱਸ ਦਿੰਦਾ ਹਾਂ। ਕਰੋ ਗਣਕ ਲੈ ਸੰਗ ਜਨਾਵੋ। ਔਰ ਕਰੋ ਗਣਕ ਲੈ ਗੰਧ ਜਨਾਵੋ। ਔਰ ਗਣਕ ਜੋਤਿਸ਼ ਵਿਦਿਆ ਲਗਾ ਕਰਕੇ ਜਗ੍ਹਾ ਨੂੰ ਸੁੰਘ ਕਰਕੇ ਮੈਂ ਦੱਸ ਦਿੰਦਾ ਕਿ ਇੱਥੋਂ ਜੋ ਘੋੜਾ ਚੋਰੀ ਹੋਇਆ ਕਿੱਥੇ ਗਿਆ ਹੈ, ਉਹ ਜਗ੍ਹਾ ਸੁੰਘ ਕੇ ਮੈਂ ਦੱਸ ਦਿੰਦਾ ਹਾਂ। ਇਸ ਕਾਰਨ ਆਗਮਨ ਹਮਾਰਾ। ਇਸੇ ਵਾਸਤੇ ਸਾਡਾ ਆਉਣਾ ਹੋਇਆ ਹੈ। ਸਰੀਕ ਬੈਰ ਕੋ ਪਾਰਾ। ਸਾਡੇ ਨਾਲ ਦੇ ਸ਼ਰੀਕ ਜਿਹੜੇ ਹਨ ਸਾਡੇ ਨਾਲ ਬੈਰ ਕਮਾਉਂਦੇ ਹਨ, ਖੈਂਦੇ ਰਹਿੰਦੇ ਹਨ, ਈਰਖਾ ਕਰਦੇ ਹਨ। ਸੋ ਬਹੁਤੇ ਮੈਂ ਏਕਲ ਰਹਿਓ। ਇਸ ਕਰਕੇ ਮੈਂ ਬਹੁਤਾ ਇਕੱਲਾ ਹੀ ਰਹਿੰਦਾ ਹਾਂ। ਦਿਲ ਤੋਂ ਬੜੋ ਕਸ਼ਟ ਨਿਤ ਲਇਓ। ਇੱਕ ਤਾਂ ਵੱਡਾ ਕਸ਼ਟ ਹੁੰਦਾ ਸ਼ਰੀਕਾਂ ਵਿੱਚ ਰਹਿਣ ਕਰਕੇ। ਹੋਤ ਨੇ ਆਵ ਕੇ ਇੱਕ ਚਲਿਆਇਓ। ਤੇ ਹੇਤ ਨਿਆਵ ਕੇ, ਨਿਆਂ ਵਾਸਤੇ ਮੈਂ ਚੱਲ ਕੇ ਆਇਆ ਹਾਂ। ਦਿਓ ਤਹੇ ਸੁਧ ਹੈ ਜੋ ਗਵਾਇਓ। ਔਰ ਉਹ ਸਾਰੀ ਖਬਰ ਮੈਂ ਦੱਸ ਦਿਆਂਗਾ ਜਿਵੇਂ ਘੋੜਾ ਚੋਰੀ ਹੋਇਆ ਹੈ। ਸੁਨ ਹਜ਼ਰਤ ਜਾਣਿਓ ਨਰ ਭਲੇ। ਸੁਣ ਕੇ ਹਜ਼ਰਤ ਸ਼ਾਹਜਹਾਂ ਬਾਦਸ਼ਾਹ ਨੇ ਸੋਚਿਆ ਕਿ ਮਨੁੱਖ ਚੰਗਾ ਹੈ, ਇਹ ਖੋਜੀ ਬੜਾ ਸਿਆਣਾ ਜਾਪਦਾ ਹੈ। ਇਸ ਤੇ ਖੋਜ ਤੁਰੰਗ ਕੋ ਮਿਲੇ। ਔਰ ਇਸ ਦੇ ਖੋਜਣ ਕਰਕੇ ਘੋੜਾ ਛੇਤੀ ਹੁਣ ਮਿਲ ਜਾਏਗਾ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੇਰਾ ਘੋੜਾ ਚੋਰੀ ਹੋਇਆ, ਉਹ ਦੱਸ ਦੇਵੇਗਾ। ਘਨੇ ਮੋਲ ਜੋ ਪੋਸ ਸਿਲਾਈ। ਔਰ ਬਹੁਤ ਮੁੱਲ ਦੀ ਜੋ ਪੁਸ਼ਾਕ ਪਾਈ ਹੋਈ ਹੈ ਭਾਈ ਬਿਧੀ ਚੰਦ ਜੀ ਨੇ, ਤਤ ਛਿਨ ਮੁਦਤ ਬਖਸ਼ ਕਰ ਦਈ। ਔਰ ਉਹ ਪਹਿਲਾਂ ਹੀ ਆਪਣੀ ਨਿਰਾਲੀ ਪੁਸ਼ਾਕ ਪਾ ਕੇ ਗਏ ਸਨ। ਹਜ਼ਰਤ ਸ਼ਾਹਜਹਾਂ ਨੇ ਬਹੁਤ ਚੰਗੀ ਕੀਮਤੀ ਪੁਸ਼ਾਕ ਬਖਸ਼ ਦਿੱਤੀ। ਤੇ ਕਵੀ ਜੀ ਕਹਿੰਦੇ ਹਨ, ਤਤ ਛਿਨ ਮੁਦਤ ਬਖਸ਼ ਕਰ ਦਈ, ਪ੍ਰਸੰਨ ਹੋ ਕਰਕੇ ਉਹ ਪੁਸ਼ਾਕ ਬਖਸ਼ ਦਿੱਤੀ। ਦਰਬ ਦਿਵਾਵੋ ਹਿਤ ਹਿਮ ਮਹਿਮਾਨੀ। ਤੁਹਾਡੇ ਪ੍ਰਾਹੁਣਾਚਾਰੀ ਵਾਸਤੇ ਮੈਂ ਧਨ ਵੀ ਦਵਾਵਾਂਗਾ ਸ਼ਾਹੀ ਖਜ਼ਾਨੇ ਚੋਂ। ਖੋਜ ਬਤਾਵੋ ਹੈ ਜਿਸ ਥਾਨੀ। ਘੋੜੇ ਦਾ ਅਤਾ ਪਤਾ ਦੱਸੋ ਜਿੱਥੇ ਘੋੜਾ ਇਸ ਵੇਲੇ ਹੈ। ਜਬ ਤੂੰ ਹਮਕੋ ਖੋਜ ਬਤਾਵੇ। ਜਦੋਂ ਤੂੰ ਘੋੜੇ ਦਾ ਪਤਾ ਸਾਨੂੰ ਦੱਸੇਗਾ। ਲਾਖਨ ਲਗ ਗਿਣਤੀ ਧਨ ਪਾਵੇ। ਲੱਖਾਂ ਦੀ ਗਿਣਤੀ ਵਿੱਚ ਤੂੰ ਧਨ ਪਾਵੇਂਗਾ ਸਾਡੇ ਕੋਲੋਂ। ਸੁਨ ਵਿਧੀਏ ਕਰ ਸੰਗਰੀ ਡਾਰੀ। ਇਹ ਸੁਣ ਕਰਕੇ ਭਾਈ ਬਿਧੀ ਚੰਦ ਜੀ ਨੇ
ਹੱਥ ਵਿੱਚ ਸੰਗਲੀ ਲੋਹੇ ਦੀ ਫੜੀ। ਧਰਾ ਹਾਥ ਧਰ ਸਿਰ ਤ੍ਰੈ ਬਾਰੀ। ਇਹ ਧਰਤੀ ਤੇ ਹੱਥ ਰੱਖ ਕਰਕੇ ਸਿਰ ਰੱਖ ਕੇ 3 ਵਾਰੀ ਨਮਸਕਾਰ ਕੀਤੀ। ਧਰਤੀ ਨੂੰ ਮੱਥਾ ਟੇਕਿਆ ਗੁਰੂ ਚਰਨਾਂ ਦਾ ਧਿਆਨ ਧਾਰ ਕੇ। ਨਮੋ ਕਰਤ ਸਭ ਕੋ ਦਿਖਰਾਏ। ਨਮਸਕਾਰ ਕਰਕੇ ਸਾਰਿਆਂ ਨੂੰ ਦਿਖਾਇਆ। ਹਿਰਦੇ ਵਿੱਚ ਤਾਂ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਹੈ। 6ਵੇਂ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਧਾਰ ਕੇ ਧਰਤੀ ਤੇ 3 ਵਾਰੀ ਨਮਸਕਾਰ ਕੀਤੀ ਹੈ। ਪਰ ਲੋਕਾਂ ਨੂੰ ਹਜ਼ਰਤ ਸ਼ਾਹਜਹਾਂ ਨੂੰ ਇਉਂ ਜਾਪਿਆ ਕਿ ਸਾਨੂੰ ਨਮਸਕਾਰ ਕਰ ਰਿਹਾ, ਧਰਤੀ ਤੇ ਮੱਥਾ ਟੇਕ ਰਿਹਾ ਹੈ। ਆਪਣੋ ਮੁਰਸ਼ਦ ਬਹੁਰ ਮਨਾਏ। ਫਿਰ ਆਪਣੇ ਮੁਰਸ਼ਦ ਨੂੰ ਭਾਵ ਗੁਰੂ ਸਾਹਿਬ ਜੀ ਨੂੰ ਮਨਾਇਆ। ਸੰਗ ਅੰਗੁਸ਼ਠਨ ਅੰਗੁਰ ਪੋਰੀ। ਅੰਗੂਠੇ ਦੇ ਨਾਲ ਉਂਗਲ ਦੀਆਂ ਗੰਢਾਂ ਤੇ ਉਂਗਲੀ ਰੱਖ ਕਰਕੇ ਗਿਣਨ ਲੱਗਿਆ। ਗਿਨ ਗਿਨ ਦਿਖਰਾਵਤ ਸਭ ਓਰੀ। ਸਭ ਪਾਸੇ ਸਾਰੇ ਲੋਕਾਂ ਨੂੰ ਉਂਗਲਾਂ ਦੀਆਂ ਗੰਢਾਂ ਤੇ ਹੱਥ ਰੱਖ ਕਰਕੇ ਗਿਣ ਕੇ ਮਾਨੋ ਹਿਸਾਬ ਲਗਾ ਰਿਹਾ ਹੋਵੇ, ਇਉਂ ਦਿਖਾਉਂਦੇ ਹਨ। ਇਤੋ ਉੱਚਰੂ ਨੀਚੇ ਦੇਖੈ। ਭਾਈ ਵਿਧੀ ਚੰਦ ਜੀ ਇੱਧਰ ਉੱਧਰ ਉੱਚੇ ਨੀਵੇਂ ਦੇਖਦੇ ਹਨ। ਨਰਨ ਜਨਾਵਤ ਸਕੁਨ ਪਰੇਖੈ। ਲੋਕਾਂ ਨੂੰ ਇਉਂ ਜਣਾਉਂਦੇ ਹਨ ਜਿਵੇਂ ਸਗੁਨ ਅਪਸਗੁਨ ਦੀ ਪਰਖ ਕਰ ਰਹੇ ਹੋਣ। ਕਿਤਕ ਵਾਰ ਲਗ ਰਹਿਓ ਵਿਚਾਰਤ। ਔਰ ਕਿਤਨੇ ਸਮੇਂ ਤੱਕ ਵਿਚਾਰਦੇ ਰਹੇ। ਸਾਹੋ ਸਹਿਤ ਸਭ ਇਸੇ ਨਿਹਾਰਤ। ਬਾਦਸ਼ਾਹ ਦੇ ਸਹਿਤ ਸਾਰੇ ਜਿਤਨੇ ਵੀ ਜੋ ਕਿਲੇ ਦੇ ਰਖਵਾਲੇ ਸਨ ਸਭ ਦੇਖਦੇ ਰਹੇ। ਬੜੇ ਧਿਆਨ ਦੇ ਨਾਲ ਇਸ ਦੀ ਕਿਰਿਆ ਵੱਲ ਦੇਖਦੇ ਰਹੇ। ਕਹਿਣ ਲਗਿਓ ਹਜ਼ਰਤ ਜੈ ਘੋਰਾ। ਔਰ ਬਾਦਸ਼ਾਹ ਸ਼ਾਹਜਹਾਂ ਕਹਿਣ ਲੱਗਿਆ ਜਿੱਥੇ ਘੋੜਾ ਹੈ ਮੈਂ ਸਭ ਜਾਣ ਲੀਨ ਜਿਸ ਠੌਰਾ। ਹੇ ਬਾਦਸ਼ਾਹ ਮੈਂ ਸਭ ਕੁਝ ਜਾਣ ਲਿਆ, ਪਰਖ ਲਿਆ। ਜੋਤਿਸ਼ ਸ਼ਾਸਤਰ ਨੂੰ ਵਿਚਾਰ ਕਰਕੇ ਸੋਧ ਕਰਕੇ ਮੈਂ ਪਤਾ ਲਗਾ ਲਿਆ ਕਿ ਜਿੱਥੇ ਘੋੜਾ ਹੈ ਖੜਾ ਹੈ। ਜਿਸ ਤਲ ਹਰਿਓ ਗਇਓ ਲੈ ਜੈਸੇ। ਔਰ ਜਿੱਥੇ ਘੋੜਾ ਇੱਥੋਂ ਚੋਰੀ ਕਰਕੇ ਕੋਈ ਲੈ ਗਿਆ ਉਹ ਸਭ ਮੈਂ ਪਤਾ ਲਗਾ ਲਿਆ ਹੈ। ਚਹੋਂ ਪਿਖਨ ਇੱਕ ਬਾਰੀ ਤੈਸੇ। ਪਰ ਇੱਕ ਵਾਰੀ ਮੈਂ ਉਹ ਜਗ੍ਹਾ ਦੇਖਣੀ ਚਾਹੁੰਦਾ ਜਿੱਥੇ ਘੋੜਾ ਬੱਧਾ ਸੀ। ਪੁਨ ਮੈਨੀ ਕੇ ਦਿਉ ਬਤਾਏ। ਫਿਰ ਚੰਗੀ ਤਰ੍ਹਾਂ ਮੈਂ ਘੋੜੇ ਬਾਰੇ ਦੱਸਾਂਗਾ। ਤਸਕਰ ਕੋ ਕਹਿ ਨਾਮ ਸੁਨਾਏ। ਮੈਂ ਉਸ ਚੋਰ ਦਾ ਨਾਮ ਵੀ ਦੱਸਾਂਗਾ ਜੋ ਘੋੜਾ ਚੁਰਾ ਕੇ ਲੈ ਗਿਆ ਹੈ। ਜਿਮ ਨਿਕਸਿਓ ਹੈ ਕਹਿਬੇ ਕਰੋ। ਔਰ ਜਿਵੇਂ ਘੋੜਾ ਨਿਕਲਿਆ ਹੈ, ਜਿਸ ਰਸਤਿਓਂ ਨਿਕਲਿਆ ਹੈ ਉਹ ਸਭ ਦੱਸਾਂਗਾ। ਚੋਰ ਦਾ ਨਾਮ ਵੀ ਦੱਸਾਂਗਾ। ਇਤੀ ਸਕਤ ਆਪਣੇ ਮੈਂ ਧਰੋਂ। ਔਰ ਇਤਨੀ ਸ਼ਕਤੀ ਮੈਂ ਆਪਣੇ ਵਿੱਚ ਰੱਖਦਾ ਹਾਂ। ਭਾਈ ਵਿਧੀ ਚੰਦ ਜੀ ਨੇ ਸਾਰਾ ਕੰਮ ਕੀਤਾ ਹੈ। ਘਾਹੀ ਬਣ ਕੇ ਰਹੇ ਕਾਫੀ ਚਿਰ, ਸਾਰਿਆਂ ਦਾ ਵਿਸ਼ਵਾਸ ਜਿੱਤਿਆ। ਔਰ ਘੋੜੇ ਦੀ ਮਾਲਿਸ਼ ਕਰਦਿਆਂ ਘੋੜੇ ਨੂੰ ਨਮਸਕਾਰ ਕਰਦੇ ਰਹੇ। ਸੱਚੇ ਪਾਤਸ਼ਾਹ ਦਾ ਘੋੜਾ ਹੈ। ਪਰ ਦਰੋਗਾ ਤੋਂ ਬਾਅਦ ਸਭ ਇਹੀ ਸਮਝਦੇ ਰਹੇ ਕਿ ਸ਼ਾਹਜਹਾਂ ਬਾਦਸ਼ਾਹ ਦਾ ਘੋੜਾ ਜਾਣ ਕੇ ਮੱਥਾ ਟੇਕ ਰਿਹਾ ਹੈ। ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਘੋੜਾ ਜਾਣ ਕੇ ਮੱਥਾ ਟੇਕਦਾ ਸੀ। ਕਾਫੀ ਚਿਰ ਰਹੇ, ਉਹ ਆਪ ਲੈ ਕੇ ਗਏ ਹਨ। ਕਹਿੰਦੇ ਮੈਂ ਚੋਰ ਦਾ ਨਾਮ ਵੀ ਦੱਸਾਂਗਾ, ਕਿਵੇਂ ਲੈ ਗਿਆ, ਕਿਸ ਰਸਤਿਓਂ ਲੈ ਗਿਆ, ਉਹ ਸਭ ਦੱਸਾਂਗਾ। ਤੇ ਲੈਨੋ ਬਸੀ ਤੁਮਾਰੇ। ਉੱਥੋਂ ਘੋੜਾ ਜਿੱਥੇ ਹੈ ਉੱਥੇ ਦਾ ਪਤਾ ਮੈਂ ਦੱਸ ਦਿੰਦਾ। ਉੱਥੋਂ ਘੋੜਾ ਹਾਸਿਲ ਕਰਨਾ, ਪ੍ਰਾਪਤ ਕਰਨਾ ਤੁਹਾਡਾ ਕੰਮ ਹੈ। ਬਲ ਕਰ ਕਰੋ ਕਿ ਲਿਹੋ ਸੁਖਾਰੇ। ਬਲ ਪੂਰਵਕ ਲਓਗੇ ਜਾਂ ਸੁਖੈਨ ਹੀ ਨਿਮਰਤਾ ਸਹਿਤ ਤੁਸੀਂ ਲਓਗੇ, ਇਹ ਤੁਸੀਂ ਜਾਣੋ। ਸੁਨਤ ਸਾਹੋ ਮਨ ਮਾਨ ਅਚੰਭਾ। ਇਹ ਭਾਈ ਵਿਧੀ ਚੰਦ ਜੀ ਪਾਸੋਂ ਸੁਣ ਕਰਕੇ ਬੜਾ ਹੈਰਾਨ ਹੋਇਆ। ਗੁਰ ਮਾਇਆ ਕਰ ਲਖੈ ਨਦੰਭਾ। ਔਰ ਗੁਰੂ ਦੀ ਪ੍ਰਬਲ ਮਾਇਆ ਨੇ ਸਭ ਨੂੰ ਐਸਾ ਪ੍ਰੇਰਿਤ ਕੀਤਾ, ਸਾਰਿਆਂ ਦੀ ਮੱਤ ਮਾਰ ਦਿੱਤੀ ਜੋ ਦੰਭ ਪਖੰਡ ਭਾਈ ਵਿਧੀ ਚੰਦ ਜੀ ਦਾ ਕੋਈ ਨਾ ਜਾਣ ਸਕਿਆ। ਜੇਕਰ ਤੁਰੰਗ ਬਤਾਵੇ ਮੋਹੀ। ਜੇਕਰ ਮੇਰੇ ਘੋੜੇ ਦਾ ਪਤਾ ਦੱਸ ਦੇਵੇਂ
ਮਨ ਸਬਦਾਰ ਕਰੋ ਟਿਕ ਤੋਹੀ। ਮੈਂ ਆਪਣੇ ਪਾਸ ਤੈਨੂੰ ਮਨਸਬਦਾਰ ਬਣਾ ਦਿਆਂਗਾ, ਵੱਡਾ ਉਮਰਾਵ ਬਣਾ ਦਿਆਂਗਾ। 4 ਲੱਖ ਤੁਬ ਗੁਣ ਕੋ ਦੇਉ। ਤੇਰੇ ਗੁਣ ਨੂੰ ਦੇਖ ਕਰਕੇ 4 ਲੱਖ ਰੁਪਈਆ ਵੀ ਦਿਆਂਗਾ। ਤੋਹੇ ਸਰੀਕ ਬਸੀ ਕਰ ਦੇਉ। ਜੋ ਤੇਰੇ ਸ਼ਰੀਕ ਤੇਰੇ ਨਾਲ ਬੈਰ ਕਮਾਉਂਦੇ ਹਨ ਉਹ ਸਭ ਤੇਰੇ ਅਧੀਨ ਕਰ ਦਿਆਂਗਾ। ਇੱਕ ਬਾਰ ਹੈ ਦੇਹੋ ਬਤਾਏ। ਇੱਕ ਵਾਰੀ ਘੋੜੇ ਦਾ ਪਤਾ ਦੱਸ ਦਿਓ। ਮੈਂ ਲੈਵੋ ਨਿਜ ਓਜ ਲਗਾਏ। ਮੈਂ ਆਪਣਾ ਬਲ ਲਗਾ ਕੇ ਲੈ ਲਵਾਂਗਾ। ਇਹ ਵਿਦਿਆ ਤੁਮ ਬਲੀ ਵਡੇਰੇ। ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਐ ਬਾਦਸ਼ਾਹ ਤੁਸੀਂ ਤਾਂ ਬਹੁਤ ਬਲੀ ਬਲਵਾਨ ਹੋ। ਕਾਗਜ਼ ਪਰ ਲਿਖ ਦਿਓ ਇਸ ਬੇਰੇ। ਇਸ ਸਮੇਂ ਕਾਗਜ਼ ਦੇ ਉੱਪਰ ਇਕਰਾਰਨਾਮਾ ਲਿਖ ਦੇਣਾ ਕਰੋ। ਕਹਿ ਕਚਹਿਰੀ ਸਭ ਕਰ ਜੋਰੇ। ਫਿਰ ਸਾਰੀ ਕਚਹਿਰੀ ਵਿੱਚ ਮੌਜੂਦ ਲੋਕ ਹੱਥ ਜੋੜ ਕੇ ਇਉਂ ਕਹਿਣ ਵਿਚਰੋ ਮਿਲੇ ਉਭੈ ਅਬ ਕੋਰੇ। ਕਿ ਵਿਛੜੇ ਹੋਏ ਦੋਨੇ ਘੋੜੇ ਆਪਸ 'ਚ ਮਿਲ ਜਾਣ, ਸਭ ਮਿਲ ਕੇ ਅਰਦਾਸ ਕਰਨ। ਕਚਹਿਰੀ ਵਿੱਚ ਜਿਤਨੇ ਲੋਕ ਮੌਜੂਦ ਹਨ ਹੱਥ ਜੋੜ ਕਰਕੇ ਖੁਦਾ ਅੱਗੇ ਇਹੀ ਪ੍ਰਾਰਥਨਾ ਕਰਨ, ਅਰਜ਼ ਕਰਨ ਕਿ ਦੋਨੇ ਘੋੜੇ ਆਪਸ 'ਚ ਮਿਲ ਜਾਣ ਵਿਛੜੇ ਹੋਏ। ਬਹੁਤਨ ਕੀ ਪਾਖਾ ਫੁਰ ਜਾਏ। ਕਿਉਂਕਿ ਬਹੁਤਿਆਂ ਦੀ ਭਾਖਾ, ਬਹੁਤਿਆਂ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ। ਕਿਸੇ ਨਾ ਕਿਸੇ ਦਾ ਹਿਰਦਾ ਤਾਂ ਸੁੱਧ ਹੋਵੇਗਾ ਹੀ। ਅਸੀਂ ਗੁਰੂ ਦਰਬਾਰ ਵਿੱਚ ਅਰਦਾਸ ਕਰਦੇ ਹਾਂ ਮਿਲ ਕੇ, ਜਿਸ ਨੂੰ ਕਹਿੰਦੇ ਨੇ ਸਾਮੂਹਿਕ ਪ੍ਰਾਰਥਨਾ। ਸਾਰੇ ਮਿਲ ਕੇ ਅਰਦਾਸ ਕਰਦੇ ਹਾਂ। ਕੱਲਾ ਕੱਲਾ ਬੰਦਾ ਵੀ ਅਰਦਾਸ ਕਰਦਾ ਹੈ। ਇੱਕ ਸੰਗਤ ਵਿੱਚ, ਗੁਰੂ ਦਰਬਾਰ ਵਿੱਚ ਸਾਰੀ ਸੰਗਤ ਮਿਲ ਕੇ ਅਰਦਾਸ ਕਰਦੀ ਹੈ। ਜਦੋਂ ਸਾਰੀ ਸੰਗਤ ਮਿਲ ਕੇ ਅਰਦਾਸ ਕਰਦੀ ਹੈ ਤੇ ਕਿਸੇ ਨਾ ਕਿਸੇ ਦਾ ਹਿਰਦਾ ਤਾਂ ਸੁੱਧ ਹੋਏਗਾ ਹੀ। ਕੋਈ ਪਰਮ ਪਦਵੀ 'ਤੇ ਪਹੁੰਚਿਆ ਹੋਵੇਗਾ, ਉਹਦੀ ਪੁਕਾਰ ਸੁਣੀ ਜਾਏਗੀ। ਸੰਗਤ ਦੀ ਅਰਦਾਸ ਕਬੂਲ ਹੁੰਦੀ ਹੈ। ਇੱਕ ਸ਼ਾਇਰ ਨੇ ਬਹੁਤ ਸੋਹਣਾ ਕਿਹਾ ਹੈ, सीने से जो निकलती है वो दुआ पर कबूल होती है। सीने से जो निकलती है वो दुआ कबूल होती है। मुकामे किबरिया तक जो ना पहुँचे वो दुआ ही क्या है। दिलों दुआ निकलनी चाहिए है। अरदास बेनती दिलों होनी चाहिए है। दिल साफ नहीं, हाथ जोड़ के जिन्हें मर्जी नक रगड़ी जाओ, हाथ जोड़ के खड़े रहो, अरदासा करते रहो, कोई लाभ नहीं। जिन्ना चਿਰ ਹਿਰਦਾ ਸੁੱਧ ਨਹੀਂ ਉਨਾ ਚਿਰ ਪਰਮਾਤਮਾ ਪੁਕਾਰ ਨਹੀਂ ਸੁਣਦਾ, ਬੇਨਤੀ ਨਹੀਂ ਸੁਣਦਾ। ਪੁਕਾਰ ਉਸੇ ਦੀ ਸੁਣਦਾ ਜੋ ਸੱਚੇ ਦਿਲੋਂ ਅਰਦਾਸ ਕਰਦਾ ਹੈ ਔਰ ਸਰਬ ਸ਼ਕਤੀਮਾਨ ਜਾਣ ਕੇ ਕਿ ਤੂੰ ਹੀ ਮੇਰਾ ਰਾਖਾ ਹੈ, ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ। ਤੂੰ ਮਾਰ ਚਾਹੇ ਜੀਵਾ ਤੇਰੇ ਹੱਥ ਵਿੱਚ ਹੈ। अर्जी मेरी है, मर्जी तेरी है। तेरी मर्जी, मार चाहे जीवा तेरे हथ विच है। मारे राखा एको आप, मानुक का कुछ नहीं हाथ। मनुख दे हाथ कुछ भी नहीं है, सब कुछ परमात्मा दे हाथ विच है। सो सारे मिल के तुसी कचहरी विच हथ जोड़ के अरदास करो, अर्ज करो कि विछड़े हुए दोने घोड़े आपस च मिल जान। साहिब बीच नरन समुदाय। कि बहुत सारे लोगों के भी साहिब मालक परमात्मा आप निवास करता है। बिच संगत हर प्रभ वसै जियो। सतसंगत विच परमात्मा का निवास है। परमात्मा सतसंगत विच बसदा है। जे परमात्मा के दर्शन करने होण सतसंग विच आ जाया करो। जिवें एक पौराणिक कथा हुंदी है, नारद मुनि जी बैकुंठ धाम गए परमात्मा के दर्शन करने लई, पर उत्थे ना मिले। कई बार गए, दर्शन ना होए, खिज के वापस आ गए। एक दिन तुरे जाते सी, परमात्मा अगों मिल पिया। बड़े गुस्से में उलांबा देन लगे नारद मुनि जी, ऐ परमात्मा तेरा ठौर ठिकाना है कि नहीं, तू रहिंदा कित्थे है? मैं बैकुंठ धाम गया सी तेरे दर्शन करने लई, तू उत्थे मिलिया नहीं, तू कित्थे रहिंदा है? कहते नारद जी मैं संगत विच रहिंदा, जे मैनू मिलना होवे सतसंग विच आया करो। मैं भगतां दे हिरदे विच निवास करदा, ना मैं बैकुंठ च रहिंदा ना स्वर्ग विच, मैं संगत विच बसदा। विच संगत हर प्रभ वसै जियो गुरबाणी दा प्रमाण है। सो सा बहुते लोकां दे विच परमात्मा दा निवास है।
ਸਾਹਿਬ ਬੀਚ ਨਰਨ ਸਮੁਦਾਏ ਹਾਸਲ ਹੋਏ ਮੁਰਾਦ ਉਰ ਜਾਏ ਔਰ ਮੇਰੀ ਮੁਰਾਦ ਮੈਨੂੰ ਹਾਸਲ ਪ੍ਰਾਪਤ ਹੋ ਜਾਵੇ। ਬਿਨੈ ਸੋ ਕਰ ਖੁਦਾਏ ਕੀ ਓਰੀ ਖੁਦਾ ਦੀ ਤਰਫ ਹੱਥ ਜੋੜ ਕੇ ਬੇਨਤੀਆਂ ਕਰੋ। ਸੁਨ ਖੁਸ਼ਮਤੀ ਨਰ ਜੇ ਨੇਰੇ ਸੁਣ ਕੇ ਖੁਸ਼ਾਮਤੀ ਲੋਕ ਜਿਹੜੇ ਸਨ ਨੇੜੇ ਖਲੋਤੇ ਸਨ ਕਚਹਿਰੀ ਵਿੱਚ। ਹੱਥ ਜੋੜ ਪਾਖਿਓ ਤਿਸ ਵੇਰੇ ਹੱਥ ਜੋੜ ਕੇ ਉਸ ਸਮੇਂ ਕਹਿਣ ਲੱਗੇ, ਲਿਖਦੀ ਨਸ ਕਾਗਦ ਪਰ ਸਾਹੂ ਔਰ ਲਿਖ ਦਿੱਤਾ ਕਾਗਜ਼ ਦੇ ਉੱਪਰ ਸ਼ਾਹਜਹਾਂ ਬਾਦਸ਼ਾਹ ਨੇ ਇਕਰਾਰਨਾਮਾ ਲਿਖ ਦਿੱਤਾ 4 ਲੱਖ ਰੁਪਈਆ ਦੇਣ ਦਾ ਇਕਰਾਰਨਾਮਾ ਲਿਖ ਕੇ ਦਿੱਤਾ। ਚਾਹਤ ਮੂੜਿਆਏ ਅਸ ਪਾਹੂ ਮੂਰਖ ਬਾਦਸ਼ਾਹ ਚਾਹੁੰਦਾ ਕਿ ਘੋੜਾ ਮੇਰਾ ਮੇਰੇ ਕੋਲ ਆ ਜਾਵੇਗਾ। ਅਬ ਤੁਰੰਗ ਕੋ ਖੋਜ ਨਿਕਾਰੋ ਔਰ ਹੁਣ ਘੋੜਾ ਖੋਜ ਕੇ ਕੱਢ ਦੇਵੇਗਾ, ਲੱਭ ਦੇਵੇਗਾ। ਸਭ ਮਾਨੀ ਹਮ ਜਥਾ ਉਚਾਰੋ ਔਰ ਜਿਵੇਂ ਤੁਸੀਂ ਕਹੋਗੇ ਸਾਰੀ ਤੁਹਾਡੀ ਗੱਲ ਮੈਂ ਮੰਨਾਂਗਾ। ਭਾਈ ਬਿਧੀ ਚੰਦ ਨੂੰ ਬਾਦਸ਼ਾਹ ਕਹਿ ਰਿਹਾ ਹੈ। ਵਿਧਿਆ ਕਹੇ ਚਲੋ ਤਿਸ ਥਾਨ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਹੈ ਬਾਦਸ਼ਾਹ ਉਸ ਸਥਾਨ ਤੇ ਮੈਨੂੰ ਲੈ ਚੱਲੋ ਜਹ ਤੇ ਚੋਰਿਓ ਤੁਰੰਗ ਮਹਾਨ ਜਿੱਥੋਂ ਮਹਾਨ ਸ੍ਰੇਸ਼ਟ ਬਲੀ ਘੋੜਾ ਚੋਰੀ ਹੋਇਆ ਉਹ ਜਗ੍ਹਾ ਦਿਖਾਓ ਜਿੱਥੇ ਬੱਧਾ ਹੋਇਆ ਸੀ ਤੰਬੇਲੇ ਵਿੱਚ। ਉਹ ਜਗ੍ਹਾ ਮੈਨੂੰ ਦਿਖਾਵੋ ਜਿੱਥੇ ਘੋੜਾ ਬੱਧਾ ਹੋਇਆ ਸੀ। ਤਹਾਂ ਸੰਗਰੀ ਡਾਰ ਨਿਹਾਰੋ ਉੱਥੇ ਮੈਂ ਇਹ ਆਪਣੀ ਸੰਗਲੀ ਧਰਤੀ ਤੇ ਸਿੱਟ ਕੇ ਔਰ ਧਰਤੀ ਨੂੰ ਸੁੰਘ ਕੇ ਦੱਸਾਂਗਾ। ਰਮਲ ਗਣਕ ਅਰ ਸਕੁਨ ਵਿਚਾਰੋ ਜੋਤਿਸ਼ ਵਿਦਿਆ ਦਾ ਹਿਸਾਬ ਕਿਤਾਬ ਲਗਾ ਕੇ ਸਗੁਨ ਅਬ ਸਗੁਨ ਸਭ ਵਿਚਾਰ ਕੇ ਦੱਸਾਂਗਾ। ਜੈ ਕੋ ਰਾਸੋ ਪੁਰੀ ਬਤਾਵੋ ਔਰ ਜਿੱਥੇ ਘੋੜਾ ਹੈ ਉਹ ਪੂਰੀ ਨਗਰੀ ਵੀ ਦੱਸਾਂਗਾ। ਤਸਕਰ ਕੋ ਲੈ ਨਾਮ ਸੁਨਾਮੋ ਉਸ ਘੋੜੇ ਦਾ ਨਾਮ ਲੈ ਕੇ ਵੀ ਸੁਣਾਵਾਂਗਾ। ਹਮ ਗੁਰ ਸਿੱਖ ਨ ਬੋਲੇ ਕੂਰ ਅਸੀਂ ਗੁਰਸਿੱਖ ਹਾਂ, ਗੁਰੂ ਕੇ ਸਿੱਖ ਹਾਂ। ਗੁਰੂ ਕਾ ਸਿੱਖ ਕਦੇ ਝੂਠ ਨਹੀਂ ਬੋਲਦਾ, ਸਾਡੇ ਤੇ ਵਿਸ਼ਵਾਸ ਕਰੋ। ਗੁਰੂ ਕਾ ਸਿੱਖ ਕਦੇ ਵੀ ਝੂਠ ਨਹੀਂ ਬੋਲਦਾ, ਭਾਵੇਂ ਪ੍ਰਾਣ ਚਲੇ ਜਾਣ ਪਰ ਉਹ ਝੂਠ ਕਦੇ ਨਹੀਂ ਬੋਲਦੇ। ਸੰਤਨ ਜੀਵ ਲਜੰਤ ਝੂਠ ਬੋਲਦਿਆਂ ਸੰਤ ਜਨਾਂ ਦੀ ਗੁਰਸਿੱਖਾਂ ਦੀ ਜਿਹਵਾ ਸ਼ਰਮਸਾਰ ਹੁੰਦੀ ਹੈ ਝੂਠ ਬੋਲਣ ਲੱਗਿਆ। ਉਹ ਝੂਠ ਕਦੇ ਨਹੀਂ ਬੋਲਦੇ, ਭਾਵੇਂ ਸੁਮੇਰ ਪਰਬਤ 'ਤੇ ਕਮਲ ਫੁੱਲ ਉਗ ਜਾਏ, ਸੂਰਜ ਪੂਰਬ ਦੀ ਬਜਾਏ ਪੱਛਮ ਵਿੱਚ ਉਗਣਾ ਸ਼ੁਰੂ ਹੋ ਜਾਵੇ, ਇਹ ਸਾਰੀਆਂ ਗੱਲਾਂ ਉਲਟੀਆਂ ਹੋ ਜਾਣ ਪਰ ਸੰਤ ਜਨ ਗੁਰੂ ਕੇ ਸਿੱਖ ਝੂਠ ਕਦੇ ਨਹੀਂ ਬੋਲਦੇ ਕਿਉਂਕਿ ਉਹਨਾਂ ਦੀ ਜਿਹਵਾ ਸ਼ਰਮਸਾਰ ਹੁੰਦੀ ਹੈ, ਝੂਠ ਕਦੇ ਨਹੀਂ ਬੋਲਦੇ। ਗੁਰੂ ਸਾਹਿਬ ਜੀ ਦਾ ਇਹ ਆਦੇਸ਼ ਹੈ, ਹੁਕਮ ਹੈ, ਉਪਦੇਸ਼ ਹੈ। ਜਦੋਂ ਪੰਚਮ ਪਿਤਾ ਜੀ ਇੱਕ ਵਾਰੀ ਮਾਲਵੇ ਦੀ ਧਰਤੀ ਨੂੰ ਭਾਗ ਲਾਉਣ ਗਏ, ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਆਏ, ਪਿੰਡ ਦਾ ਚੌਧਰੀ ਵੀ ਸੀ ਔਰ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਭਾਈ ਝੂਠ ਨਾ ਬੋਲੋ, 10 ਨੌਹਾਂ ਦੀ ਕਿਰਤ ਕਰੋ, ਸੱਚ ਬੋਲੋ। ਤਾਂ ਚੌਧਰੀ ਕਹਿਣ ਲੱਗਿਆ ਮਹਾਰਾਜ ਝੂਠ ਬੋਲੇ ਬਿਨਾ ਕੰਮ ਸਰਦਾ ਨਹੀਂ, ਬੋਲਣਾ ਹੀ ਪੈਂਦਾ ਹੈ। ਕਹਿੰਦੇ ਤੁਸੀਂ ਗਿੱਜੇ ਹੋਏ ਹੋ ਝੂਠ ਬੋਲਣ ਦੇ, ਇੱਕਦਮ ਤੁਸੀਂ ਛੱਡ ਨਹੀਂ ਸਕਦੇ। ਇਉਂ ਕਰੋ ਤੁਸੀਂ ਜਿੰਨੇ ਦਿਹਾੜੀ ਵਿੱਚ ਝੂਠ ਬੋਲਦੇ ਹੋ ਕਾਗਜ਼ 'ਤੇ ਲਿਖ ਲਿਆ ਕਰੋ, ਸ਼ਾਮ ਦੇ ਦੀਵਾਨ 'ਚ ਸਾਨੂੰ ਸੁਣਾਓ ਕਿ ਅਸਾਂ ਨੇ ਅੱਜ ਕਿੰਨੇ ਝੂਠ ਬੋਲੇ ਹਨ। ਇਸੇ ਤਰ੍ਹਾਂ ਕਰਨ ਲੱਗੇ। ਕਹਿੰਦੇ ਜੇ ਅੱਜ 10 ਝੂਠ ਬੋਲੇ ਕੱਲ੍ਹ ਨੂੰ 9 ਬੋਲਿਓ, ਫਿਰ ਪਰਸੋਂ 8 ਬੋਲਿਓ, ਇੱਕ ਇੱਕ ਝੂਠ ਘਟਾਉਂਦੇ ਜਾਇਓ। ਇੱਕ ਦਿਨ ਐਸਾ ਆਵੇਗਾ ਸਾਰੇ ਝੂਠ ਤੁਹਾਡੇ ਅੰਦਰੋਂ ਨਿਕਲ ਜਾਣਗੇ, ਸਤ ਪ੍ਰਤੱਗੀ ਹੋ ਜਾਓਗੇ। ਇਸੇ ਤਰ੍ਹਾਂ ਸਿੱਖਾਂ ਨੇ ਕੀਤਾ। ਸਾਰੇ ਦਿਨ ਵਿੱਚ ਜਿੰਨੇ ਝੂਠ ਬੋਲਣ ਲਿਖ ਲਿਆ ਕਰਨ ਕਾਗਜ਼ 'ਤੇ, ਸ਼ਾਮ ਨੂੰ ਆ ਕੇ ਗੁਰੂ ਪਾਤਸ਼ਾਹ ਨੂੰ ਸੁਣਾਉਣ। ਜਿਹਦੇ ਜ਼ਿਆਦਾ ਝੂਠ ਹੋਣ ਸਾਰੀ ਸੰਗਤ ਹੱਸੇ, ਉਹ ਬੜਾ ਸ਼ਰਮਿੰਦਾ ਹੋਵੇ। ਹੌਲੀ ਹੌਲੀ ਝੂਠ ਦਾ ਤਿਆਗ ਕਰਦੇ ਗਏ। ਇੱਕ ਦਿਨ ਸਾਰੇ ਝੂਠ ਖਤਮ ਹੋ ਗਏ, ਸਤ ਪ੍ਰਤੱਗੀ ਹੋ ਗਏ, ਸਭ ਸੱਚ ਬੋਲਣ ਲੱਗੇ। ਸੋ ਇਹ ਪੰਚਮ ਪਿਤਾ ਜੀ ਨੇ ਤਰੀਕਾ ਦੱਸਿਆ ਸੀ।
ਸੋ ਅਸੀਂ ਗੁਰੂ ਕੇ ਸਿੱਖ ਹਾਂ, ਝੂਠ ਨਹੀਂ ਬੋਲਦੇ। ਭਾਈ ਬਿਧੀ ਚੰਦ ਜੀ ਕਹਿ ਰਹੇ ਹਨ, ਬਹੁਰ ਕਚਹਿਰੀ ਸਾਹੂ ਹਜੂਰ। ਫਿਰ ਬਾਦਸ਼ਾਹ ਦੀ ਕਚਹਿਰੀ ਹੈ, ਬਾਦਸ਼ਾਹ ਆਪ ਮੌਜੂਦ ਹੈ ਕਚਹਿਰੀ ਵਿੱਚ। ਸੁਨ ਕਰ ਸਾਹੂ ਤਹਾਂ ਕੋ ਚਾਲਾ। ਔਰ ਸੁਣ ਕੇ ਬਾਦਸ਼ਾਹ ਉੱਥੇ ਚੱਲਿਆ ਜਿੱਥੇ ਘੋੜਾ ਬੱਧਾ ਸੀ। ਜਿਸ ਥਲ ਖਰੋ ਤੁਰੰਗ ਵਿਸਾਲਾ। ਜਿਸ ਸਥਾਨ ਤੇ ਵਿਸ਼ਾਲ ਚੰਚਲ ਬਲੀ ਘੋੜਾ ਖਲੋਤਾ ਸੀ। ਸੰਗ ਦਰੋਗਾ ਆਪਣੇ ਲੀਨ। ਔਰ ਆਪਣੇ ਨਾਲ ਦਰੋਗੇ ਨੂੰ ਲਿਆ ਬਾਦਸ਼ਾਹ ਨੇ। ਬਹੁਤ ਲੋਗ ਕੋ ਵਰਜਨ ਕੀਨ। ਬਹੁਤੇ ਲੋਕਾਂ ਨੂੰ ਮਨਾ ਕਰ ਦਿੱਤਾ। ਥੋਰਨ ਸਾਥ ਸਾਹੋ ਚਲ ਗਇਓ। ਘੋੜਿਆਂ ਦੇ ਨਾਲ ਕੁਝ ਕੁ ਮੁਸਾਹਿਬਾਂ ਦੇ ਨਾਲ ਚੱਲ ਕੇ ਦਰੋਗੇ ਦੇ ਸਹਿਤ ਬਾਦਸ਼ਾਹ ਉਸ ਸਥਾਨ ਤੇ ਗਿਆ। ਹਯੰਤ ਵੇਲੇ ਮੈਂ ਪ੍ਰਵਸੈਓ। ਘੋੜੇ ਦੇ ਤਵੇਲੇ ਵਿੱਚ ਪ੍ਰਵੇਸ਼ ਹੋਇਆ। ਸੋ ਸਾਧ ਸੰਗਤ ਜੀ, ਇੱਥੇ ਇਤਿਹਾਸ ਸੰਪੂਰਨ ਹੋਇਆ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੋ ਸਾਧ ਸੰਗਤ ਜੀ, ਕਥਾ ਬੜੀ ਪਿਆਰੀ ਚੱਲ ਰਹੀ ਹੈ। ਕਿਸ ਤਰ੍ਹਾਂ ਭਾਈ ਬਿਧੀ ਚੰਦ ਜੀ ਨੇ ਪਹਿਲਾਂ ਘੋੜਾ ਲਿਆਂਦਾ, ਹੁਣ ਦੂਜਾ ਘੋੜਾ ਲੈਣ ਗਏ ਹਨ। ਗੁਰੂ ਕਿਰਪਾ ਸਦਕਾ ਦੂਜਾ ਘੋੜਾ ਵੀ ਉਹ ਲੈ ਕੇ ਸਹੀ ਸਲਾਮਤ ਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਜਾਣਗੇ। ਸੋ ਦੂਰੋਂ ਦੂਰੋਂ ਸੰਗਤਾਂ ਜਿੱਥੋਂ ਕਿੱਥੋਂ ਦੇਸ਼ਾਂ ਪ੍ਰਦੇਸ਼ਾਂ ਤੋਂ, ਪੰਜਾਬ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਹਨ। ਇਸ ਮਹਾਨ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਕਲਗੀਧਰ ਦਸਮੇਸ਼ ਪਿਤਾ ਜੀ ਦਾ ਫਰਮਾਨ ਹੈ, ਆਪਣੇ ਜਨਮ ਅਸਥਾਨ ਦੀ ਮਹਿਮਾ ਆਪ ਕਥਨ ਕੀਤੀ ਹੈ, ਜੋ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤਾ ਹੈ ਕਿ ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾ ਬਿਲੋਕਨ ਕੇਰੀ। ਜਨਮ ਸਥਾਨੀ ਦਰਸ਼ਨ ਕਰ ਹੈ, ਜਨਮ ਜਨਮ ਕੇ ਕਲਮਲ ਹਰ ਹੈ। ਸਤਿਗੁਰ ਕਹਿਓ ਜਨਮ ਸਥਾਨ, ਕਰੋ ਬੇਨਤੀ ਤਹਾਂ ਬਖਾਨ। ਸਗਲ ਮਨੋਰਥ ਮਨ ਕੋ ਪੂਰਾ, ਥਾਪਨ ਕੀਓ ਆਪਨ ਪੰਗੂੜਾ। ਦਸਮੇਸ਼ ਪਿਤਾ ਜੀ ਨੇ ਆਪਣਾ ਪੰਗੂੜਾ ਸਥਾਪਨ ਕੀਤਾ ਇੱਥੇ। ਜੋ ਆਪ ਸਾਰੇ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ, ਉਸ ਵੇਲੇ ਆਪ ਪੰਗੂੜਾ ਸਾਹਿਬ ਦੇ ਦਰਸ਼ਨ ਕਰਦੇ ਹੋ। ਸੋ ਸਾਧ ਸੰਗਤ ਜੀ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਸਾਡੇ ਮਾਨਯੋਗ ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਵਾਲੇ ਹਾਜ਼ਰੀ ਭਰ ਰਹੇ ਹਨ। ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਪ੍ਰਧਾਨ ਮੀਤ ਪ੍ਰਧਾਨ ਹਾਜ਼ਰੀ ਭਰ ਰਹੇ ਹਨ। ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰੀਆਂ ਭਰ ਰਹੇ ਹਨ। ਕਲਗੀਧਰ ਦਸਮੇਸ਼ ਪਿਤਾ ਜੀ ਕਿਰਪਾ ਕਰਨ, ਸਭ ਨੂੰ ਦਰੋਂ ਕਰੋ ਨਾਮ ਦੀ ਦਾਤ, ਖੁਸ਼ੀਆਂ ਬਖਸ਼ਿਸ਼ ਕਰਨ। ਆਓ 2 ਮਿੰਟ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਸਮਾਪਤੀ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸੰਗ ਦਰੋਗਾ ਆਪਣੇ ਲੀਨਾ, बहुत लोग को बरजन कीन। औरन साथ सहो चल गयो हयन तवेले मैं परवसायो। वाहिगुरु जी का खालसा वाहिगुरु जी की फतेह। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।